ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਦੂਜਾ। ਜਿਨ੍ਹਾ ਪਹੋ ਤਿਨ ਨਾਹੇ ਪਹੋ, ਮੁਚ ਪਹੋ ਨਿਭਵਿਆ। ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ। ਜਿਨਾ ਪਹੋ ਤਿਨ ਨਾਹਿ ਪਹੋ, ਮੁਝ ਪਹੋ ਨਿਭਵਿਆ। ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ। ਮਹਲਾ ਦੂਜਾ। ਤੁਰਦੇ ਕੋ ਤੁਰਦਾ ਮਿਲੈ, ਉਡਤੇ ਕੋ ਉਡਤਾ। ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ। ਨਾਨਕ ਸੋ ਸਾਲਾਹੀਐ, ਜਿਨ ਕਾਰਨ ਕੀਆ। ਪੌੜੀ। ਸਚ ਤੇ ਆਇਨ ਸੇ ਸੱਚੇ, ਗੁਰ ਸ਼ਬਦ ਵਿਚਾਰੀ। ਹਉ ਮੈਂ ਮਾਰ ਮਨ ਨਿਰਮਲਾ, ਹਰ ਨਾਮ ਉਰ ਧਾਰੀ। ਕੋਠੇ ਮੰਡਪ ਮਾੜੀਆਂ, ਲਗ ਪਏ ਗਵਾਰੀ। ਜਿਨ ਕੀਏ ਤਿਸਹਿ ਨ ਜਾਣਨੀ, ਮਨ ਮੁਖ ਗੁਬਾਰੀ। ਜਿਸ ਬੁਝਾਏ ਸੋ ਬੁਝਸੀ, ਸੱਚਿਆ ਕਿਆ ਜੰਤ ਵਿਚਾਰੀ। ਜਿਨ ਕੀਏ ਤਿਸਹਿ ਨ ਜਾਣਨੀ, ਮਨ ਮੁਖ ਗੁਬਾਰੀ। ਜਿਸ ਬੁਝਾਏ ਸੋ ਬੁਝਸੀ, ਸੱਚਿਆ ਕਿਆ ਜੰਤ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼ ਸ਼ਾਮ ਸਮੇਂ ਦੀ ਇਹ ਹਾਜ਼ਰੀ ਅਸੀਂ ਭਰ ਪਾ ਰਹੇ ਹਾਂ। ਆਪ ਘਰਾਂ ਥਾਵਾਂ ਤੋਂ ਸਤਸੰਗੀ ਬਣੇ ਹੋ, ਗੁਰ ਸ਼ਬਦ ਦੀ ਆਭਾ ਦੇ ਨਾਲ ਆਪਣੇ ਆਪ ਨੂੰ ਜੋੜ ਰਹੇ ਹੋ। ਵਡਭਾਗਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਸੂਹੀ ਕੀ ਵਾਰ ਮਹਲ ਤੀਜੇ ਕੀ ਵਿਚਾਰੀ ਜਾਂਦੀ ਹੈ। ਇਸ ਵਿੱਚ ਲਗਾਤਾਰਤਾ ਨਾਲ ਪੌੜੀ ਬਾ ਪੌੜੀ ਬਚਨ ਦੀ ਵਿਚਾਰ ਕਰਦਿਆਂ ਹੋਇਆਂ ਅਸੀਂ 8 ਨੰਬਰ ਪੌੜੀ 'ਤੇ ਪਹੁੰਚੇ ਹਾਂ। ਆਪ ਜੀ ਨੇ ਇਸ ਪੌੜੀ ਦੇ ਨਾਲ ਲੱਗਦੇ 2 ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਵਿਚਾਰ ਦਾ ਆਗਾਜ਼ ਕਰ ਰਹੇ ਹਾਂ ਸ਼ਲੋਕ ਪਹਿਲੇ ਤੋਂ ਜੋ ਇਹਦੇ 'ਚ ਆ ਰਿਹਾ ਹੈ। ਉਸ ਤੋਂ ਪਹਿਲਾਂ ਇਤਨੀ ਕੁ ਬੇਨਤੀ ਕਿ ਜੋ ਆਪ ਸੰਗਤ ਫੀਡਬੈਕ ਭੇਜਦੇ ਹੋ, ਬੜਾ ਸ਼ੁਕਰੀਆ। ਪਤਾ ਲੱਗਦਾ ਹੈ ਆਪ ਸਰੋਤ ਪਾ ਰਹੇ ਹੋ, ਆਪ ਉਸ ਰੂਪ ਦੇ ਵਿੱਚ ਸਾਂਝ ਰੱਖਦੇ ਹੋ ਸ਼ਬਦ ਦੀ। ਇਹਦੇ 'ਚ ਇਹ ਹੈ,
ਗੁਰਬਾਣੀ ਹੈ, ਇਹਦੀ ਵਿਆਖਿਆ ਜੋ ਕੌਨਟੈਕਸਟ ਹੋ ਰਿਹਾ ਉਹਦੇ ਵਿੱਚ ਅਸੀਂ ਕਰਦੇ ਹਾਂ। ਹਾਲਾਂਕਿ ਕੋਈ 30-35 ਮਿੰਟ ਐਨਫ ਹੁੰਦੇ ਨੇ, ਪਰ ਫਿਰ ਵੀ these minutes are not enough if we are going through the ਬਾਣੀ in a very detailed manners। ਕੁਛ ਚੀਜ਼ਾਂ ਇਹ ਹੁੰਦੀਆਂ ਨੇ, ਬੀਇੰਗ ਏ ਸਪੀਕਰ ਤੁਹਾਡੀਆਂ ਲਿਮਿਟੇਸ਼ਨਸ ਹੁੰਦੀਆਂ ਨੇ, ਤੁਸੀਂ ਉਹਦੇ 'ਚ ਉਨੇ ਸਮੇਂ 'ਚ ਉਨਾ ਹੀ ਐਲੈਬੋਰੇਟ ਕਰ ਸਕਦੇ ਹੋ। ਜਿਵੇਂ ਬੀਤੇ ਕੱਲ੍ਹ ਤੇ ਪਿਛਲੇ ਰੋਜ਼ ਵਾਲੀ ਗੱਲ ਦੇ ਵਿੱਚ ਮੈਸੇਜਸ ਆਏ ਕਾਫੀ ਸਾਰੇ, ਜਿਨ੍ਹਾਂ 'ਚ ਬਾਤ ਆਈ ਕਿ ਆਪਾਂ ਮਨ ਹਟ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਨ੍ਹਾਂ ਸਤਿਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ, ਰਜ਼ਾ ਵਿੱਚ ਰਾਜ਼ੀ ਰਹਿਣ ਵਾਲੀ ਗੱਲ ਆ ਰਹੀ ਸੀ। ਅਤੇ ਇਹਦੇ 'ਚ ਕੁਝ ਸੱਜਣਾਂ ਨੇ ਕਿਹਾ ਕਿ ਪਹਿਲਾਂ ਤੁਸੀਂ ਬਾਤ ਇੱਕ ਸਪੈਸੀਫਿਕਲੀ ਇੱਕ ਮੈਸੇਜ ਆਇਆ ਕਿ ਡਾਕਟਰ ਦੀ ਦਿੱਤੀ ਸੀ, ਜਿਹਨੇ ਆਪਣੀ ਮਾਂ ਅਤੇ ਆਪਣੀ ਵਾਈਫ ਦੇ ਵਿੱਚ ਸਟਰਗਲ ਕੀਤੀ ਐਂਡ ਉਹਦੇ ਕਰਕੇ ਇੱਕ ਅੰਦਰ ਇਸ਼ੂ ਜਨਰੇਟ ਹੋਇਆ ਅਤੇ ਏਜ ਤੋਂ ਬਹੁਤ ਪਹਿਲਾਂ ਚਲਾ ਗਿਆ। ਤੁਸੀਂ ਨੇ ਕਿਹਾ ਵੀ ਸ਼ਾਇਦ ਰੱਬ ਦੀ ਰਜ਼ਾ ਇਹ ਹੋਣੀ ਹੈ ਕਿਉਂਕਿ ਉਹਨੇ ਪਹਿਲਾਂ ਜਾਣਾ ਹੀ ਇਸ ਕਰਕੇ ਹੋਣਾ ਹੈ ਸਭ ਚੀਜ਼ਾਂ ਦੇ ਵਿੱਚ। ਮਾਫੀ ਮੰਗਾਂਗਾ, ਇਹ ਸਾਡੀ ਆਪਣੀ ਇੱਕ ਸੁਪਰਫਿਸ਼ੀਅਲ ਐਕਸਪਲੇਨੇਸ਼ਨ ਹੈ। ਐਕਚੁਅਲ ਲੈਵਲ 'ਤੇ ਗੁਰਬਾਣੀ ਇਹ ਕਹਿ ਰਹੀ ਹੈ ਸਚਿਆਰ ਬਣਨਾ ਹੈ, ਸੱਚ ਦੇ ਨੇੜੇ ਰਹਿਣਾ। ਐਜ਼ ਆਈ ਅੰਡਰਸਟੈਂਡ, ਮੇ ਬੀ ਆਈ ਐਮ ਰੋਂਗ, ਬਟ ਐਜ਼ ਆਈ ਅੰਡਰਸਟੈਂਡ ਗੁਰੂ ਗ੍ਰੰਥ ਸਾਹਿਬ ਬਾਣੀ ਜਿੰਨੀ ਇੱਕ ਉਸ ਰੂਪ ਦੇ ਵਿੱਚ। ਹੁਣ ਇਹਦੇ 'ਚ ਇਹ ਹੈ ਕਿਸੇ ਨਾਲ ਕੋਈ ਇਤਰਾਜ਼ ਹੈ ਸਾਨੂੰ, ਮੀਨ someone's behavior is not good, and due to that reason we suffer, we have some sort of you can say uncomfortable level, then we have to address that Bani says us। ਇਹਦੇ ਨਾਲ ਅਸੀਂ ਆਪ ਅੰਦਰੋਂ ਸਫਰ ਕਰਦੇ ਹਾਂ, ਬਾਹਰੋਂ ਨਹੀਂ ਵਿਖਾਉਂਦੇ, ਇੱਕ ਹਿਪੋਕ੍ਰੇਸੀ ਹੈ। ਰਜ਼ਾ ਵਿੱਚ ਰਾਜ਼ੀ ਰਹਿਣ ਦਾ ਸੰਕਲਪ ਇਹ ਹੈ, ਜੋ ਮੈਂ ਸੱਚ ਦੇ ਰਾਹ 'ਤੇ ਤੁਰਾਂ ਉਹਦੇ ਜੋ ਕੌਨਸੀਕੁਐਂਸਿਸ ਹੋਣ ਆਈ ਵਿਲ ਫੇਸ, ਈਵਨ ਆਈ ਵਿਲ ਪ੍ਰੇ ਟੂ ਵਾਹਿਗੁਰੂ, ਵਾਹਿਗੁਰੂ ਮੈਂ ਅਰਦਾਸ ਕਰ ਰਿਹਾ, ਪਰ ਹਾਂ ਰਵਾਂ ਮੈਂ ਰਿਐਲਿਟੀ ਦੇ ਨੇੜੇ। ਜੇ ਗੁਰੂ ਰਾਮਦਾਸ ਸਾਹਿਬ ਨੂੰ ਇਤਰਾਜ਼ ਹੈ ਬਾਬਾ ਪ੍ਰਿਥੀ ਚੰਦ ਤੇ, ਤਾਂ ਕਹਿ ਰਹੇ ਨੇ, ਬਾਣੀ 'ਚ ਕਹਿ ਰਹੇ ਨੇ ਲਿਟਰਲੀ ਤੌਰ 'ਤੇ, ਪੂਤ ਕਾਹੇ ਕੋ ਚਗਰਤ ਹੋ ਸੰਗ ਬਾਪ, जिनके जिने बडीरे तुम हो तिन से चगरत पाप। भाई तू ये झगड़ा गलत पा रहे हैं, अनएक्सैप्टेबल है। सो ये चीज़ां लिटरली तौर पर हुई, ये सत्ता ते बलवंड ढूम जिन्हों अलाउ किया गुरु अर्जन साहब ने। लिखो तुसी पुत्री कौल ना पाले हो। गुरु नानक साहब के पुत्र आखे नहीं लग रहे थे, बाबा नानक जी उन्होंने दस दे तुसी आखे नहीं लगे, तुसी जिस राह ते मैं तुर रहा उस राह ते तुसी हकदार नहीं बन पा रहे। ये सच है। इस होने के बावजूद भी रिलेशनशिप होंदी है, रहिंदी है, पर उसका लैवल जिहड़ा आ वो क्लीयर हो गया भी की है, ये रूप है। सो इस एहसास विच कीता जाए रज़ा दा संकल्प। फिर माफ़ी चंग दे विनती करांगा कि संगत है, संगत दे विच जिन्हों असीं इंट्रैक्शन कहने, गोश्ट है, चर्चा आ, गुरबाणी मंथन है असल सुरत दे विच, ਉਹਦੇ ਵਿੱਚੋਂ ਚੀਜ਼ਾਂ ਹੋਰ ਜ਼ਿਆਦਾ ਸਾਨੂੰ ਜਿਹੜਾ ਹੈਗਾ ਵਾਜਬ ਢੰਗ ਨਾਲ ਸਮਝ ਆਉਂਦੀਆਂ, ਅਪਣਾਉਣ ਗੋਚਰੇ ਅਸੀਂ ਤਿਆਰ ਹੋ ਪਾਉਂਦੇ। ਜਿਹੜੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਕਿ ਜੋ ਸਾਨੂੰ ਫਿਰ ਇੱਛਾ ਸ਼ਕਤੀ ਮਿਲਦੀ ਉਹਦੇ ਵਿੱਚੋਂ। ਖੈਰ ਅੱਜ ਦੇ ਬਚਨ ਤੇ ਆ ਜਾਈਏ। ਮਹਲਾ ਦੂਜਾ, ਜਿਨ੍ਹਾਂ ਪਾਓ ਤਿਨ ਨਾਹੇ ਪਾਓ, ਮੁਝ ਪਾਓ ਨਿਭਵਿਆ। ਨਿਭਵਿਆ ਹੁੰਦਾ ਹੈ ਜਿਹੜੇ ਬਿਲਕੁਲ ਨਿਰਭੈ ਹੋਣ, ਨਿਡਰ, ਨਿਸੰਗ, ਉਸ ਰੂਪ ਵਿੱਚ ਬਾਤ ਕੀਤੀ ਗਈ। ਜਿਨ੍ਹਾਂ ਪਾਓ, ਪਾਓ ਹੈ ਮਨੁੱਖੀ ਫੀਲਿੰਗਸ ਦਾ ਇੱਕ ਪਾਰਟ ਆਫ ਕੰਪੋਨੈਂਟ, ਜਿਹੜੇ ਸਾਡੇ ਅੰਦਰ ਕਈ ਤਰ੍ਹਾਂ ਦੇ ਡਿਫਰੈਂਟ ਸਾਈਕਿਕ ਕੰਪੋਨੈਂਟ ਅਸੀਂ ਹੋਲਡ ਕਰਦੇ ਹਾਂ, ਉਹਨਾਂ 'ਚੋਂ ਇੱਕ ਉਹਦਾ ਰੂਪ ਹੈ ਸਾਡੀ ਫੀਲਿੰਗਸ ਦਾ ਡਰ। ਇਹ ਅਸੀਂ ਫੀਲ ਕਰਦੇ ਹਾਂ। ਡਰ ਸਿਰਫ ਕਹਿਣ ਦੀ, ਸੁਣਨ ਦੀ ਗੱਲ ਨਹੀਂ ਹੁੰਦੀ। ਡਰ ਫੀਲਿੰਗ ਵਿੱਚ ਹੁੰਦਾ ਬੰਦੇ ਦੀ, ਬੰਦਾ ਫੀਲ ਕਰਦਾ। ਉਹਦੇ ਵਿੱਚੋਂ ਐਨਗਜ਼ਾਇਟੀ ਨਿਕਲਦੀ ਹੈ, ਸਟ੍ਰੈਸ ਨਿਕਲਦਾ ਹੈ। ਉਹਦੇ ਵਿੱਚੋਂ ਡਿਊ ਟੂ ਫੀਅਰ ਸਮਟਾਈਮ ਸੈਂਸੇਸ਼ਨ ਜਿਹੜੀਆਂ ਹੁੰਦੀਆਂ ਨੇ, ਉਹਦੇ 'ਚ ਬੰਦਾ
ਬਿਲਕੁਲ ਉਹਦੇ ਜਿਹੜੇ ਖਾਸ ਕਰਕੇ ਗੂਗ ਬੰਪਸ ਹੁੰਦੇ ਨੇ ਇਹ ਖੜੇ ਹੋ ਜਾਂਦੇ ਨੇ, ਉਸ ਨੂੰ ਜਿਹੜਾ ਹੈਗਾ ਉਸ ਨੂੰ ਕਈ ਵਾਰੀ ਬੰਦਾ ਬਿਲਕੁਲ ਫਰੀਜ਼ ਹੋ ਜਾਂਦਾ ਹੈ, ਡਿਫਰੈਂਟ ਸੈਂਸੇਸ਼ਨਸ ਹੁੰਦੀਆਂ ਉਸ ਰੂਪ ਦੇ ਵਿੱਚ। ਬਾਡੀ ਐਕਟ ਇਹ ਹੈ, ਬੰਦਾ ਲੁਕ ਜਾਣਾ ਚਾਹੁੰਦਾ, ਨਜ਼ਰਾਂ ਥੱਲੇ ਹੋ ਜਾਂਦੀਆਂ, ਇਸ ਕਿਸਮ ਦੇ ਸਾਰੀਆਂ ਚੀਜ਼ਾਂ ਨੇ। ਬਟ ਇਹ ਸਾਡੇ ਅੰਦਰ ਦੀ ਇੱਕ ਫੀਲਿੰਗ ਦਾ ਨਾਂ ਹੈ ਡਰ। ਇਸ ਨੂੰ ਜੇ ਆਪਾਂ ਦੇਖੀਏ ਤੇ ਇਹ ਵੀ ਕਿਹਾ ਗਿਆ ਕਿ ਇਹਦੀਆਂ ਲੇਅਰਸ ਨੇ ਡਿਫਰੈਂਟ ਤਰੀਕੇ ਦੀਆਂ, ਜਿਹਨੂੰ ਲੋਕ ਐਡਵੈਂਚਰ ਕਹਿੰਦੇ ਨੇ, ਰੋਮਾਂਚ। that also come sort of fear feelings, ਡਰ ਦੀਆਂ ਫੀਲਿੰਗਸ ਦੇ ਨਾਲ ਆਉਂਦਾ ਆ। ਬੰਦਾ ਜਿਵੇਂ ਅੱਜ ਕੱਲ੍ਹ ਤੇ ਮਿਊਜ਼ੀਅਮ ਪਾਰਕ ਸਾਡੇ ਇੱਥੇ ਤੇ ਬੰਦ ਹੀ ਨਹੀਂ, ਖੈਰ ਅਮਰੀਕਾ ਤੇ ਚੱਲ ਰਹੇ ਨੇ ਜੇ, ਉਹ ਤੇ ਬੰਦ ਹੋਏ ਨਹੀਂ ਸ਼ਾਇਦ ਕਦੇ, ਪਰ ਇੱਥੇ ਬਿਲਕੁਲ ਵੰਡਰਲੈਂਡ ਵਗੈਰਾ ਬੰਦ ਹੈ। ਹੁਣ ਰਾਈਡਸ ਨੇ ਬਹੁਤ ਉੱਚੀਆਂ ਲਿਜਾ ਕੇ ਇੱਕਦਮ ਥੱਲੇ ਸੁੱਟਣਾ, ਇਸ ਤਰੀਕੇ ਨਾਲ। ਕੀ ਹੈ? ਡਰ ਹੈ, ਮੌਤ ਦਾ ਡਰ। ਇੱਕਦਮ ਫੀਲ ਹੁੰਦਾ ਵੀ ਮਰ ਜਾਣਾ, ਬਸ ਡਨ, ਅਜੇ ਪਲਟ ਗਈ ਤੇ ਖਤਮ ਹੋ ਜਾਏਗਾ। ਉਸ ਡਰ ਵਿੱਚੋਂ ਇੱਕ ਰੋਮਾਂਚ, ਇੱਕ ਜਿਹਨੂੰ ਕਹਿ ਲਓ ਕਿ ਇੱਕ ਇਸ ਤਰੀਕੇ ਦਾ ਐਡਵੈਂਚਰ ਕ੍ਰੀਏਟ ਹੁੰਦਾ ਆ। ਥੋੜ੍ਹੀ ਦੇਰ ਬਾਅਦ ਜਦੋਂ ਇੱਕਦਮ ਬਾਹਰ ਆਉਂਦਾ ਹੈ, ਆਪਣੇ ਆਪ ਬਾਰੇ ਬਹਾਦਰੀ ਫੀਲ ਹੁੰਦੀ ਹੈ, ਆਈ ਹੈਵ ਡਨ ਇਟ। ਉਸ ਫੀਲਿੰਗ ਵਿੱਚੋਂ ਸਾਡਾ ਡੋਪਾਮਾਈਨ ਰਿਲੀਜ਼ ਹੁੰਦਾ ਹੈ, ਖੁਸ਼ੀ ਆਉਂਦੀ ਹੈ। ਬੰਦੇ ਦੇ ਬ੍ਰੇਨ ਦੇ ਵਿੱਚ ਖਾਸ ਕਿਸਮ ਦਾ ਕੈਮੀਕਲ ਰਿਲੀਜ਼ ਹੁੰਦਾ ਹੈ। ਦੈਟਸ ਵਾਈ ਪੀਪਲ ਵਾਂਟ ਟੂ ਡੂ ਇਟ। ਪੀਪਲ ਵਾਂਟ ਟੂ ਫੀਲ ਇਟ, ਦੈਨ ਹੈਵ ਸੋਰਟ ਆਫ ਮਾਈਂਡ ਸੈਟ, ਯਸ ਮੈਂ ਇਸ ਲੈਵਲ 'ਤੇ ਹਾਂ, ਮੈਂ ਇਸ ਚੀਜ਼ ਨੂੰ ਜਿੱਤ ਲਿਆ, ਮੈਂ ਵਿਨ ਕਰ ਲਿਆ, ਮੇਰੀ ਵਿਕਟਰੀ ਹੋਈ ਹੈ। ਇੱਕ ਫੀਲਿੰਗ ਜਿਹੜੀ ਹੈ ਬੰਦੇ ਦੇ ਅੰਦਰ ਉਸ ਰੂਪ ਵਿੱਚ ਆਉਂਦੀ ਹੈ। ਸੋ ਇਹ ਡਰ ਇੱਕ ਜਿਹੜਾ ਆ ਸਾਨੂੰ ਰਸ ਵੀ ਦਿੰਦਾ ਆ। ਜਿਹੜੇ 9 ਰਸ ਨੇ ਨਾ ਸਾਡੇ ਅੰਦਰ, ਰਸਾਇਣ ਜਿਹਨੂੰ ਕਹਿ ਲਓ ਕਿ ਐਟਲੀਸਟ 9 different ways to have euphoria or dopamine kind of feeling, dopamine kind of actually enjoyment। ਜਿਹੜੀ ਉਹ ਚੀਜ਼ ਆ ਉਹਦੇ ਜਿਹੜੇ 9 ਟ੍ਰੈਡੀਸ਼ਨਲ ਵੇ ਮੰਨੇ ਗਏ ਨੇ। ਵੈਸਟਰਨ ਵਰਲਡ ਤੇ ਡਿਫਰੈਂਟ ਤਰੀਕੇ ਨਾਲ ਮੰਨਦਾ, ਪਰ ਸਾਡਾ ਜਿਹੜਾ ਟ੍ਰੈਡੀਸ਼ਨਲ ਰੂਪ ਰਿਹਾ ਉਹਦੇ 'ਚ ਇਹਦੇ ਜਿਹੜਾ ਪਵਿੱਤਰ ਰਸ ਆ, ਡਰ ਦਾ ਰਸ, ਜਿਵੇਂ ਬੀਰ ਰਸ ਆ, ਸ਼ਿੰਗਾਰ ਰਸ ਆ, ਹਾਸ ਰਸ ਆ, ਸ਼ਾਂਤ ਰਸ ਆ, ਐਵੇਂ ਇੱਕ ਆ ਵੀ ਰਸ ਹੈ। ਇਹ ਰਸ ਜਿਹੜਾ ਹੈ ਇਸ ਸਮਾਜ 'ਚ ਆਪਾਂ ਜਿਹਦੇ 'ਚ ਰਹਿ ਰਹੇ ਹਾਂ, ਇਹਦੇ 'ਚ ਸੁਸਾਇਟੀ ਨੂੰ ਫਰੀ ਕੀਤਾ ਗਿਆ ਹਰ ਤਰ੍ਹਾਂ ਦੇ ਡਰ ਤੋਂ। ਇੱਥੇ ਤੁਸੀਂ ਬੱਚਿਆਂ ਨੂੰ ਥੋੜ੍ਹਾ ਬਹੁਤ ਡਿਸਿਪਲਿਨ ਕਰ ਸਕਦੇ ਹੋ। ਯੂ ਕੈਨ ਨੋਟ ਥ੍ਰੈਟ, ਯੂ ਕੈਨ ਨੋਟ ਫਿਜ਼ੀਕਲੀ ਔਰ ਈਵਨ ਮੈਂਟਲੀ ਅਬਿਊਜ਼ਡ ਐਨੀ, ਉਸ ਤਰੀਕੇ ਦੀ ਬਿਲਕੁਲ ਹੈ। ਸਕੂਲਾਂ ਵਿੱਚ ਨਹੀਂ ਹੈਗਾ। ਅਥਾਰਟੀਜ਼, ਹਾਲਾਂਕਿ ਪੁਲਿਸ ਫੋਰਸ ਵਗੈਰਾ ਦੀਆਂ ਕੁਝ ਬਰੂਡਲ ਐਕਟਸ ਦੇ ਮਿਲ ਜਾਂਦੇ ਕਿਤੇ ਨਾ ਕਿਤੇ, ਬਟ ਮੋਸਟਲੀ ਦੇ ਕੋਆਪਰੇਟ ਵੈਰੀ ਵੈਲ, ਦੇ ਡੂ ਜਸਟ, ਉਹ ਜਿਹੜਾ ਹੈਗਾ ਬੜੇ ਉਸ ਤਰੀਕੇ ਨਾਲ ਕੰਮ ਕਰਦੇ। ਸੋ ਇਹਨਾਂ ਸਭ ਚੀਜ਼ਾਂ ਕਰਕੇ ਡਰ ਜਿਹੜਾ ਆ ਉਹ ਸੋਸਾਇਟੀ 'ਚ ਉਸ ਲੈਵਲ 'ਤੇ ਨਹੀਂ ਹੈਗਾ। ਆਪ ਕਦੀ ਸੋਚ ਕੇ ਦੇਖੋ, ਜਿਹੜੇ ਲੋਕ ਗਜ਼ਾ ਦੇ ਆਲੇ ਦੁਆਲੇ ਰਹਿੰਦੇ ਨੇ, ਗਾਜ਼ਾ ਪੱਟੀ ਜਿਹੜੀ ਹੈ, ਉਹ ਭਾਵੇਂ ਫਿਲਿਸਤਾਈਨ ਵਿੱਚ ਵਾਲੇ ਪਾਸੇ ਰਹਿ ਰਹੇ ਨੇ, ਭਾਵੇਂ ਇਜ਼ਰਾਈਲ ਵਾਲੇ ਪਾਸੇ ਰਹਿ ਰਹੇ ਨੇ, ਬੰਬਾਰਡਮੈਂਟ ਹੋ ਰਹੀ ਹੈ, ਰਾਕਟ ਜਿਹੜਾ ਹਮਾਸ ਉੱਧਰ ਛੱਡ ਰਿਹਾ, ਉੱਧਰੋਂ ਉਹ ਜਿਹੜਾ ਹੈਗਾ ਆਪਣੀ ਆਰਟਿਲਰੀਜ਼ ਖੋਲ੍ਹ ਰਹੇ ਨੇ। ਜੋ ਲੋਕ ਉਹਦੇ 'ਚ ਰਹਿ ਰਹੇ ਨੇ, ਟੋਰਾਂਟੋ ਦੇ 'ਚ, ਬਰੈਂਪਟਨ ਵਿੱਚ ਰਾਤ ਨੂੰ ਸੌਣ ਵਾਲੇ ਬੰਦਿਆਂ ਨੂੰ ਕੀ ਪਤਾ ਉਹ ਕੈਸਾ ਡਰ ਆ। ਐਕਚੁਅਲੀ ਵੀ ਕੈਨ ਜਸਟ, ਅਸੀਂ ਤਾਂ ਇਮੈਜਿਨ ਵੀ ਨਹੀਂ ਕਰ ਸਕਦੇ। ਰਾਤ ਦੇ ਵੱਜੇ ਹੁਣ 2 ਤੇ ਪਹਿਲਾਂ ਡਰ ਸੀਗਾ ਕਿਸੇ ਸਮੇਂ ਬੰਬ ਡਿੱਗ ਸਕਦਾ, ਇੱਕਦਮ ਕੋਈ ਵੱਡਾ ਸਾਡਾ ਖੜਕਾ ਹੁੰਦਾ, ਕੀ ਹੋਏਗਾ। ਇਹ ਜਿਹੜਾ ਇਹ ਡਰ ਨੇ, ਜਾਂ ਅਸੀਂ ਪੰਜਾਬ ਦੇ ਉਸ ਮਾਹੌਲ 'ਚ ਰਹੇ ਹਾਂ, ਆਪ ਨੇ ਉਸ ਮਾਹੌਲ ਨੂੰ ਦੇਖਿਆ ਹੋਏਗਾ ਜਦੋਂ ਪੁਲਿਸ ਕਿਸ ਤਰੀਕੇ ਨਾਲ ਲੋਕਾਂ ਨੂੰ ਚੱਕ ਕੇ ਲੈ ਜਾਂਦੀ ਸੀ, ਕੁੱਟਦੀ ਸੀ, ਮਾਰਦੀ ਸੀ, ਕਤਲ ਕਰ ਦਿੰਦੀ, ਪਤਾ ਤੱਕ ਨਹੀਂ ਲੱਗਦਾ। ਕੈਸੇ ਡਰ ਵਿੱਚੋਂ, ਓਪਰੇਸ਼ਨ ਵਿੱਚੋਂ ਲੋਕ ਨਿਕਲੇ ਹੋਣਗੇ। ਸੋ ਇਹ ਸਾਰਾ ਡਰ ਜਿਹੜਾ ਆ, ਇਹ ਜਿਹਨਾਂ ਨੂੰ ਹੰਡਾਇਆ ਹੈ ਸਾਡੀ, ਉਹ ਤਾਂ ਬਿਲਕੁਲ ਡਰ ਦੀ ਗੱਲ ਵੀ ਨਹੀਂ ਕਰਨੀ ਚਾਹੁੰਦੇ। ਪਰ ਜਿਹਨਾਂ ਨੂੰ ਪਤਾ ਨਹੀਂ ਡਰ ਕੀ ਹੁੰਦਾ ਆ, ਉਹਨਾਂ ਵਾਸਤੇ ਫਨ ਆ। ਇਹਨਾਂ ਮੁਲਕਾਂ 'ਚ ਇਸੇ ਕਰਕੇ ਲੋਕੀ ਹੈਲੋਵੀਨ ਦੇ ਪਲੇ ਕਰਦੇ ਨੇ ਬੜਾ ਵਧੀਆ। ਇੱਥੇ ਗੋਸਟ ਹਾਊਸਿਸ ਬਣੇ ਨੇ, ਲੋਕੀ ਜਾ ਕੇ ਹੌਰਰ ਮੂਵੀਜ਼ ਦੇਖਦੇ ਨੇ, ਜਾ ਕੇ ਚਲੋ ਕੁਛ ਡਰ ਫੀਲ ਕਰਦੇ ਆ। ਸੋ ਇਹ ਸਭ ਚੀਜ਼ਾਂ ਇਸ ਰੂਪ ਵਿੱਚ ਹੁੰਦੀਆਂ।
ਮਨੁੱਖ ਦੀ ਇੱਕ ਲੋੜ ਵੀ ਹੈ ਕਿ ਮੈਨੂੰ ਉਹ ਡਰ ਥੋੜ੍ਹਾ ਬਹੁਤਾ ਫੀਲ ਹੋਏ, ਮੈਂ ਕਿਸੇ ਉਸ ਰੂਪ ਵਿੱਚ ਰਹਾਂ। ਗੁਰਮਤਿ ਆਸ਼ੀਸ਼ ਜਦੋਂ ਅਸੀਂ ਬਾਤ ਪੜ੍ਹਦੇ ਹਾਂ, ਗੁਰੂ ਬਾਬਾ ਜੀ ਕਹਿੰਦੇ ਬੰਦੇ ਜੇ ਡਰ ਹੋਣਾ ਹੀ ਅੰਦਰ, ਜੇ ਡਰ ਰਹਿਣਾ ਹੀ ਅੰਦਰ, ਤੇ ਕਿਉਂ ਨਾ ਡਰ ਪਿਓਰ ਲੈਵਲ ਦਾ ਲਿਆਂਦਾ ਜਾਏ। ਪਿਓਰ ਲੈਵਲ ਦਾ ਡਰ ਕਿਹਦਾ ਹੈ? ਦੁਨੀਆਦਾਰੀ ਦਾ ਡਰ ਹੈ, ਆਲੇ ਦੁਆਲੇ ਦਾ ਡਰ ਹੈ, ਲੀਗਲ ਸਿਸਟਮ ਦਾ ਡਰ ਹੈ। ਬਾਣੀ ਨੇ ਕਿਹਾ ਰੱਬ ਦਾ ਡਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹਨੇ ਸੰਸਾਰ ਬਣਾਇਆ, ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜਿਹਨੇ ਸਾਡੇ ਅੰਦਰ ਜ਼ਮੀਰ ਪਾਇਆ, ਸੋਚ ਪਾਈ ਹੈ, ਵਿਚਾਰ ਪਾਈ ਹੈ, ਰਾਏ ਪਾਈ ਹੈ, ਉਹਦਾ ਡਰ ਇੱਕ ਨਿਰਮਲ ਭੈ ਹੈ। ਇਸ ਭੈ ਨੂੰ ਜੇ ਅਪਣਾ ਲਈਏ, ਬਾਕੀ ਸਭ ਦੁਨੀਆਦਾਰੀ ਦੇ ਭੈ ਸਭ ਜਿਹੜੇ ਨੇ ਉਹ ਛੋਟੇ ਹੋ ਜਾਣਗੇ। ਉਹਨਾਂ ਦਾ ਬਹੁਤਾ, ਬੰਦੇ ਨੂੰ ਬਹੁਤਾ ਫਿਕਰ ਹੀ ਹੁੰਦਾ ਹੈ, ਕਿਉਂਕਿ ਸਾਨੂੰ ਸਭ ਤੋਂ ਵੱਡਾ ਡਰ ਹੁੰਦਾ ਹੈ ਕਿ ਮੈਨੂੰ ਰਿਜੈਕਸ਼ਨ ਨਾ ਮਿਲ ਜਾਏ, ਮੇਰੇ ਬਾਰੇ ਲੋਕ ਕੀ ਕਹਿਣਗੇ, ਇਹ ਡਰ ਸਤਾਉਂਦਾ ਹੈ। ਮੇਰੇ ਬਾਰੇ ਮੇਰੀ ਫੈਮਿਲੀ ਕੀ ਕਹੇਗੀ, ਡਰ ਸਤਾਉਂਦਾ ਹੈ। ਰਿਜੈਕਸ਼ਨ। ਹਾਊ ਅਬਾਊਟ ਮੈਂ ਇੱਕ ਬਿਲਕੁਲ ਸੋਲਿਡ ਲੈਵਲ ਤੇ ਆ ਜਾਵਾਂ, ਜਿਹਦੇ ਵਿੱਚ ਮੈਂ ਅਸਲ ਵਿੱਚ ਉਸ ਯੂਨੀਵਰਸਲ ਲਾ ਨੂੰ ਫੋਲੋ ਕਰਾਂ ਜੋ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਖਸ਼ਿਆ। ਉਸ ਜਦੋਂ ਡਰ ਵਿੱਚ ਆ ਜਾਵਾਂਗਾ, ਫਿਰ ਇਹ ਸੰਸਾਰ ਦੇ ਡਰ ਜਿਹੜੇ ਨੇ ਇਹ ਬੌਦਰ ਨਹੀਂ ਕਰਨਗੇ। ਲੋਕ ਲਾਜ, ਲੋਕ ਲਿਹਾਜ਼ ਇਹ ਬੌਦਰ ਨਹੀਂ ਕਰੇਗਾ। ਹਾਂ, ਅਕਾਲ ਪੁਰਖ ਜੀ ਉਹਦੇ ਭੈ ਭਾਵ ਵਿੱਚ ਰਹਿ ਕੇ ਜੀਵਨ ਦੇ ਅਮਲਾਂ ਦੀ ਦਰੁਸਤਗੀ ਹੋਏਗੀ। ਫਿਰ ਬਾਹਰ ਡੰਡੇ ਦੀ ਲੋੜ ਨਹੀਂ ਰਹਿ ਜਾਏਗੀ। ਜਿਵੇਂ ਮੈਂ ਕਿਹਾ ਪੱਖੇ ਨੂੰ ਚਲਾਉਣ ਵਾਲਾ ਡੰਡਾ ਚਾਹੀਦਾ, ਫਿਰ ਇੱਕ ਅੰਦਰੋਂ ਫੋਰਸ ਪੈਦਾ ਹੋਏਗੀ ਜਿਹੜੀ ਕਹੇਗੀ ਨਹੀਂ, ਆਹ ਕੰਮ ਕਰਨਾ ਹੀ ਨਹੀਂ, ਇਸ ਰਾਹ ਜਾਣਾ ਹੀ ਨਹੀਂ, ਆਹ ਚੀਜ਼ ਇਸ ਰੂਪ ਵਿੱਚ ਅਪਣਾਣੀ ਹੀ ਨਹੀਂ। ਇਹ ਜਿਹੜੀ ਬਾਤ ਹੋ ਰਹੀ ਹੈ, ਸਾਹਿਬ ਕਹਿੰਦੇ ਜਿਨ੍ਹਾਂ ਭਾਓ, ਜਿਨ੍ਹਾਂ ਨੂੰ ਰੱਬ ਦਾ ਭਾਵ ਆ ਗਿਆ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਉਸ ਹਸਤੀ ਦੇ ਨਿਰਮਲ ਡਰ ਵਿੱਚ ਆ ਗਏ, ਤਿਨ ਨਾ ਹੈ ਭਾਓ, ਤਾਂ ਉਹਨਾਂ ਨੂੰ ਫਿਰ ਸੰਸਾਰ ਦਾ ਭਾਵ ਨਹੀਂ ਹੈਗਾ, ਡਰ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਸ਼ਬਦ ਪੜ੍ਹਦੇ ਹਾਂ ਅਸੀਂ, ਜੇ ਕਦੋਂ ਐਗਜ਼ਾਮਪਲ ਦੇਣੀ ਹੋਏ ਤਾਂ ਬਾਬਾ ਜੀ ਬਿਆਨ ਕਰਦੇ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਹੋਇਆ ਭਾਗੈ। ਡੱਡੇ ਅੱਖਰ ਦੇ ਉਸ ਅਲੰਕਾਰ ਦੇ ਨਾਲ ਗੁਰੂ ਬਾਬਾ ਜੀ ਨੇ ਜੋ ਹੈਗਾ ਇਹ ਚੀਜ਼ ਸਾਡੇ ਸਾਹਮਣੇ ਲਿਆਂਦੀ। ਕਿਆ ਕਿ ਡੱਡਾ ਡਰ ਉਪਜੈ ਡਰ ਜਾਈ, ਕਿਆ ਜੇ ਰੱਬ ਦਾ ਡਰ ਪੈਦਾ ਹੋ ਜਾਏ, ਸੰਸਾਰ ਦਾ ਡਰ ਆਪਣੇ ਆਪ ਚਲਾ ਜਾਂਦਾ। ਇਹਦੀ ਐਗਜ਼ਾਮਪਲ ਲਿਟਰੇਚਰ 'ਚ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਸਾਡੀ ਏਡੀ ਵੱਡੀ ਬਿਲਡਿੰਗ ਹੈ, ਇਹਦੀਆਂ ਸਾਰੇ ਦਰਵਾਜ਼ੇ ਖਿੜਕੀਆਂ ਬੰਦ ਕਰਤੇ ਜਾਣ, ਕਰਟਨ ਸਾਰੇ ਜਿਹੜੇ ਨੇ ਉਹ ਸਾਰੇ ਦੇ ਸਾਰੇ ਡਰੋਪ ਕਰ ਦਿੱਤੇ ਜਾਣ, ਲਾਈਟਸ ਟਰਨ ਆਫ ਕਰ ਦਿੱਤੀਆਂ ਜਾਣ ਸਾਰੀਆਂ, ਅਤੇ ਅਸੀਂ ਦੇਖਾਂਗੇ ਇੰਨੀਆਂ ਅੱਖਾਂ ਵੇਖ ਰਹੀਆਂ ਨੇ ਇੱਥੇ ਕਿ ਏਡੀ ਵੱਡੀ ਬਿਲਡਿੰਗ, ਏਡੇ ਵੱਡੇ ਇਸ ਹਾਲ ਦੇ ਵਿੱਚ ਜਿੰਨੀ ਰੌਸ਼ਨੀ ਹੈ, ਇਹ ਸਾਰੀ ਰੌਸ਼ਨੀ ਖਤਮ ਹੋ ਜਾਏਗੀ, ਇੱਕਦਮ ਸਾਰਾ ਹਨੇਰਾ ਪਸਰ ਜਾਏਗਾ। ਹੁਣ ਸਾਰਿਆਂ ਨੇ ਕਿਸੇ ਵੀ ਪਾਸਿਓਂ ਹਨੇਰੇ ਨੂੰ ਭੱਜ ਕੇ ਅੰਦਰ ਵੜਦਿਆਂ ਹੋਇਆ ਨਹੀਂ ਵੇਖਣਾ ਨਾ। ਤੁਸੀਂ ਇੱਕਦਮ ਜਿਹੜੀਆਂ ਲਾਈਟਾਂ ਨੇ ਇਹਨਾਂ ਨੂੰ ਔਨ ਕਰ ਦਿਓ, ਹੋਏਗਾ ਕਿ ਇੱਕਦਮ ਸਾਰੀ ਰੌਸ਼ਨੀ ਫੈਲ ਜਾਏਗੀ। ਹੁਣ ਦਰਵਾਜ਼ੇ ਬੰਦ ਨੇ ਸਾਰੇ, ਹਨੇਰਾ ਭੱਜ ਕੇ ਬਾਹਰ ਤਾਂ ਨਿਕਲਿਆ ਨਹੀਂ ਕਿਤੇ ਵੀ, ਅਸੀਂ ਕਿਹੜਾ ਦੇਖਿਆ ਹਨੇਰਾ ਕਿੱਧਰ ਗਿਆ। ਐਕਚੁਅਲੀ ਹਨੇਰਾ ਹੀ ਚਾਨਣ ਵਿੱਚ ਬਦਲ ਗਿਆ ਹੈ, ਅਤੇ ਪਹਿਲਾਂ ਚਾਨਣ ਹੀ ਹਨੇਰੇ 'ਚ ਬਦਲ ਗਿਆ ਹੈ। ਹੈਗੀਆਂ ਫੀਲਿੰਗਸ ਨੇ ਸਾਡੀਆਂ, ਡਰ ਉੱਥੇ ਹੀ ਰਹੇਗਾ, ਇਹ ਸਿਰਫ ਬਦਲ ਜਾਏਗਾ ਇਹਦਾ ਰੂਪ। ਇੱਕ ਸੀਗਾ ਮੈਂ ਮਾੜੀ ਮਾੜੀ ਗੱਲ 'ਤੇ, ਲੋਕਾਚਾਰ 'ਤੇ, ਹਰ ਚੀਜ਼ ਤੋਂ ਡਰਦਾ ਫਿਰਦਾ ਸੀਗਾ। ਹੁਣ ਕਿਸੇ ਚੀਜ਼ ਦਾ ਡਰ ਨਹੀਂ, ਮੈਨੂੰ ਰੱਬ ਦਾ ਡਰ ਹੈ, ਮੈਂ ਉਹਦਾ ਜਵਾਬ ਦੇ। ਮੈਂ ਹੁਣ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਹੈ। ਇਹ ਜਿਹੜਾ ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਫਿਰ ਉਹ ਜਿਹੜਾ ਨਿਰਮਲ ਡਰ ਆ ਉਹਦੇ 'ਚ ਸਾਰੇ ਡਰ ਆਪਣੇ ਆਪ ਆ ਕੇ ਸਮਾ ਜਾਂਦੇ ਨੇ, ਕਿਉਂਕਿ ਮੈਂ ਰੱਬ ਦੇ ਡਰ ਦੇ ਵਿੱਚ ਰਹਿ ਰਿਹਾ। ਆਪਾਂ ਝੂਠ ਬੋਲਣਾ ਹੀ ਨਹੀਂ, ਸੋ ਇਸ ਕਰਕੇ ਆਪਾਂ ਨੂੰ ਸਮਾਜ ਦੇ ਵਿੱਚ ਕਿਤੇ ਮੂੰਹ ਲੁਕਾਉਣ ਦੀ ਲੋੜ ਹੀ ਨਹੀਂ ਹੈਗੀ। ਬਿਕੋਜ਼ ਆਈ ਐਮ ਨੋਟ ਲਾਇੰਗ। ਵਾਈ? ਬਿਕੋਜ਼ ਪੀਪਲ ਕੈਨ ਫਾਈਂਡ ਆਊਟ ਦੈਟ ਆਈ ਵਾਜ਼ ਲਾਇੰਗ ਓਵਰ ਦੇਅਰ ਨਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਰਹਿੰਦੇ, ਕਾਹਦੇ ਲਈ ਝੂਠ ਬੋਲਣਾ ਆ। ਲੋੜ ਹੀ ਨਹੀਂ ਲੋਕਾਂ ਨੂੰ ਕਿਸੇ ਰੂਪ ਵਿੱਚ ਕਿਸੇ ਹੋਰ ਕੁਛ ਹੋਰ ਦੱਸਣ ਦੀ। ਮੈਂ ਰੱਬ ਜੀ ਦੇ ਭੈ ਵਿੱਚ ਰਹਿਣਾ, ਅੰਦਰੋਂ ਬਾਹਰੋਂ ਇੱਕੋ ਜਿਹਾ ਵਾਂ, ਜੋ ਖਾਨਾ ਪਾਨਾ ਹੰਡਾਨਾ ਸਾਹਮਣੇ ਖੁੱਲੀ ਕਿਤਾਬ ਦੀ ਤਰ੍ਹਾਂ, ਕੁਛ ਛਪਾਉਣਾ ਹੀ ਨਹੀਂਗਾ। ਕਿਉਂ? ਕਿਉਂਕਿ ਜੋ ਕਰਤਾਰ ਨੇ ਕਿਹਾ ਉਸ ਨਿਜ਼ਾਮ ਵਿੱਚ ਰਹਿਣਾ। ਹੁਣ ਇਹ ਜਿਹੜੀ ਚੀਜ਼ ਆ, ਇਹ ਬੰਦੇ ਦੇ ਅੰਦਰ ਇੱਕ ਨਿਰਮਲ ਭੈ ਜਨਰੇਟ ਕਰਦੀ ਹੈ।
ਸੋ ਸਾਹਿਬ ਕਹਿੰਦੇ ਉਸ ਡਰ ਦੇ ਵਿੱਚ ਬਾਕੀ ਸਾਰੇ ਡਰ ਆਪਣੇ ਆਪ ਪੂਰੇ ਹੋ ਗਏ। ਲੋੜ ਹੀ ਨਹੀਂ ਕਿਸੇ ਤੋਂ ਡਰਨ ਦੀ, ਕਿਉਂਕਿ ਨਾ ਉਸ ਪਾਸੇ ਜਾਣਾ ਨਾ ਉਹ ਕੰਮ ਕਰਨਾ, ਹੁਣ ਭੈ ਨਹੀਂ ਰਹਿ ਗਿਆ ਆਪਾਂ ਨੂੰ। ਇਸ ਕਿਸਮ ਦੀ ਬਾਤ ਹੈ। ਇਹ ਬੰਦੇ ਦੀ ਇਨਰ ਇੰਪਰੂਵਮੈਂਟ ਦੀ ਗੱਲ ਹੋ ਰਹੀ ਹੈ। ਜਦੋਂ ਉਹ ਹੋ ਗਈ ਫਿਰ ਬਾਹਰ ਤੁਹਾਨੂੰ ਡੰਡਾ ਚੁੱਕ ਕੇ ਵੀ ਤੁਰਨ ਦੀ ਲੋੜ ਨਹੀਂ ਪਏਗੀ। ਬੰਦੇ ਨੂੰ ਐਥੀਕਲੀ ਸਟਰੋਂਗ ਕਰੋ, ਪ੍ਰਿੰਸੀਪਲ ਬੇਸਡ ਦਾ ਲਾਈਫ ਸਟਾਈਲ ਉਹਦੇ ਕੋਲ ਆ ਜਾਏ। ਬਾਕੀ ਭਾਵੇਂ ਉਹ ਲੀਗਲ ਸਿਸਟਮ ਹੈ, ਭਾਵੇਂ ਕੋਈ ਹੋਰ ਇਸ ਕਿਸਮ ਦੀ ਬਾਤ ਹੈ, ਉਹ ਬਹੁਤੀਆਂ ਤੁਹਾਨੂੰ ਬੌਦਰ ਨਹੀਂ ਕਰਨਗੀਆਂ। ਮੈਨੂੰ ਯਾਦ ਆ ਕਾਫੀ ਸਾਲ ਪਹਿਲਾਂ ਇੱਕ ਵਾਰ ਮੈਂ ਇੱਥੇ ਬਰੈਂਪਟਨ ਦੇ ਵਿੱਚ ਹੀ, ਸਾਡੇ ਆਂਟੀ ਜੀ ਨੇ ਏਜਡ ਨੇ, ਕਾਫੀ ਸਮੇਂ ਤੋਂ ਉੱਥੇ ਰਹਿੰਦੇ ਨੇ, ਉਹ ਡਰਾਈਵ ਕਰ ਰਹੇ ਤੇ ਉਹਨਾਂ ਨਾਲ ਬੈਠਾ, ਮੈਂ ਡਰਾਈਵ ਕਰ ਰਿਹਾ ਅਤੇ ਜਿਹੜਾ ਰਾਈਡ ਆਪਰੇਸ਼ਨ ਚਲਾਉਂਦੇ ਨੇ ਉਹ ਪੁਲਿਸ ਫੋਰਸ ਵਾਲਾ, ਲਾ ਐਨਫੋਰਸਮੈਂਟ ਵਾਲੇ, ਟੂ ਐਕਚੁਅਲੀ ਕੈਚ ਦ ਡਰੰਕ ਡਰਾਈਵਰਸ, ਉਹ ਚਲਾ ਰਹੇ ਨੇ। ਅਤੇ ਉਹ ਜਦੋਂ ਉਹਨਾਂ ਦੇ ਕੋਲ ਗਏ ਗੱਡੀ, ਉਹਨਾਂ ਨੇ ਸ਼ੀਸ਼ਾ ਥੱਲੇ ਕੀਤਾ, ਉਹਨੇ ਧਿਆਨ ਨਾਲ ਦੇਖਿਆ ਅਤੇ ਉਹਨੂੰ ਪੁੱਛਦਾ ਹੈ ਵੀ ਡੂ ਯੂ ਡਰਿੰਕ ਟੂਡੇ? ਉਹ ਕਹਿੰਦੀ ਨੋਟ ਇਵਨ ਟੂਡੇ, ਨੈਵਰ ਐਵਰ, ਡੋਂਟ ਯੂ ਥਿੰਕ ਹੂ ਐਮ ਆਈ? ਉਹ ਕਹਿੰਦਾ ਵਟ ਡੂ ਯੂ ਮੀਨ? ਉਹ ਕਹਿੰਦਾ ਜੀ ਮੈਂ ਪੰਜਾਬਣ ਬੀਬੀ ਹਾਂ, ਦੇਖ ਮੇਰੇ ਵੱਲ ਧਿਆਨ ਨਾਲ, ਮੈਂ ਤਾਂ ਕਦੀ ਵੀ ਡਰਿੰਕ ਕਰ ਸਕਦੀ। ਕਹਿੰਦਾ ਸੋ ਵਟ। ਹੁਣ ਆਪਾਂ ਨਿਕਲ ਗਏ ਉੱਥੋਂ, ਮੁੜ ਕੇ ਗੱਲ ਕਹਿੰਦੀ ਐਵੇਂ ਅੱਜ ਤੋਂ 10 ਸਾਲ ਪਹਿਲਾਂ ਕੋਈ ਨਹੀਂ ਸੀ ਕਹਿੰਦਾ। ਰੀਜ਼ਨ ਇਹ ਸੀਗਾ, ਪਤਾ ਹੀ ਸੀਗਾ ਕਿ ਇਹ ਮਾਈ ਇਸ ਪਰਿਵਾਰ ਵਿੱਚੋਂ ਆ ਰਹੀ ਹੈ, ਹੋ ਹੀ ਨਹੀਂ ਸਕਦਾ। ਹੌਲੀ ਹੌਲੀ ਕੀ ਹੋਇਆ, ਸਮਾਜ ਦੇ ਵਿੱਚ ਚੀਜ਼ਾਂ ਬਦਲ ਗਈਆਂ। ਮੈਂ ਤਾਂ ਖੁਦ ਕਿੰਨੀ ਵਾਰੀ ਇਹ ਬਾਤ ਸ਼ੇਅਰ ਕੀਤੀ ਹੈ ਕਿ ਮੈਂ ਯੂਨਾਈਟਿਡ ਸਟੇਟਸ ਤੋਂ ਫਲਾਈ ਕਰਕੇ ਆਕਲੈਂਡ ਨਿਊਜ਼ੀਲੈਂਡ ਲਈ ਫਲਾਈ ਕਰ ਰਿਹਾ ਸੀਗਾ, ਨਿਊਜ਼ੀਲੈਂਡ ਏਅਰਲਾਈਨ ਦੇ ਵਿੱਚ। ਅਤੇ ਉਹ ਏਅਰ ਹੋਸਟੇਜ ਜਿਹੜੀ ਹੈਗੀ ਹੈ ਉਹ ਸਰਵ ਕਰ ਰਹੀ ਹੈ ਬਿਵਰੇਜਸ ਇਸ ਤਰੀਕੇ ਦੇ ਨਾਲ, ਅਤੇ ਮੈਨੂੰ ਬਿਨਾਂ ਪੁੱਛਿਆ ਹੀ, ਉਹ ਸੀਟ ਹੁੰਦੀ ਨਾ, ਨਾਲ ਕੋਈ ਹੋਰ ਬੈਠਾ ਅਤੇ ਉਸਨੇ ਇੱਕ ਗਲਾਸ ਦੇ ਵਿੱਚ ਉਹ ਥੋੜ੍ਹੀ ਡਰਿੰਕ ਪਾ ਕੇ ਉਸ ਤਰੀਕੇ ਨਾਲ ਮੈਨੂੰ ਆਫਰ ਕਰਤੀ। ਅਤੇ ਮੈਂ ਉਹਨੂੰ ਕਿਹਾ ਵੀ ਥੈਂਕ ਯੂ ਵੈਰੀ ਮਚ ਬਟ ਆਈ ਡੋਂਟ ਟੇਕ ਇਟ। ਉਹ ਬੜੀ ਸ਼ੌਕਡ ਹੋਈ, ਉਹ ਕਹਿੰਦੀ ਸੌਰੀ ਆਈ ਸ਼ੁੱਡ ਹੈਵ ਆਸਕਡ ਯੂ ਬਿਫੋਰ ਬਟ ਯੂ ਆਰ ਸੇਇੰਗ ਨੋ। ਆਈ ਗਾਟ ਇਟ। ਉਹਨੇ ਸੋਚਿਆ ਬੰਦੇ ਨੇ ਪੱਗ ਬੰਨੀ ਹੈ, ਪੀਏਗਾ। ਦੈਟ ਇਜ਼ ਕਾਈਂਡ ਆਫ ਉਹਨਾਂ ਦਾ ਜ਼ਹਿਨੀ ਤੌਰ 'ਤੇ ਇਹੋ ਜਿਹਾ ਬਣ ਕੇ, ਕਿਉਂਕਿ ਅਜੇ ਤੱਕ ਸ਼ਾਇਦ ਹੋ ਸਕਦਾ ਨਾ ਕੋਈ ਬੰਦਾ ਨੇ ਦੇਖਿਆ ਜੇ ਨਾ ਕੀਤੀ ਹੋਏ। ਸੋ ਇਹ ਜਿਹੜੀ ਹਾਲਤ ਆ, ਇਹ ਹਾਲਤ ਸਮਾਜਾਂ ਦੇ ਵਿੱਚ ਬਣ ਜਾਂਦੀ ਜਦੋਂ ਅਸੀਂ ਇਸ ਤਰੀਕੇ ਦਾ ਵਿਹਾਰ ਕਰਦੇ। ਜਦੋਂ ਪਤਾ ਲੱਗ ਜਾਏ, ਜਿਵੇਂ ਸਪੋਜ਼ ਜਦੋਂ ਭੰਗ ਨੂੰ ਡੀਕ੍ਰਿਮੀਨਲਾਈਜ਼ ਕਰਨ ਦੀ ਗੱਲ ਹੋ ਰਹੀ ਸੀ ਇੱਥੇ, ਦੈਟ ਟਾਈਮ ਆਈ ਵਾਜ਼ ਇਨ ਯੂਨੀਵਰਸਿਟੀ, ਮੈਕਮਾਸਟਰ ਯੂਨੀਵਰਸਿਟੀ, ਅਤੇ ਮੈਂ ਸਟੱਡੀ ਵੀ ਫਾਰਮਾਕੋਲੋਜੀ ਸਾਈਡ ਤੋਂ ਕਰ ਰਿਹਾ ਸੀਗਾ। ਉਹਨਾਂ ਦਿਨਾਂ 'ਚ ਉਹ ਸਬਜੈਕਟਸ ਪੜ੍ਹ ਰਿਹਾ ਸੀ ਉੱਥੇ ਕਾਉਂਸਲਿੰਗ ਸਾਹਿਬ ਵਾਸਤੇ। ਅਤੇ ਸਾਡਾ ਉੱਥੇ ਬੜਾ ਵੈਟਰਨ ਪ੍ਰੋਫੈਸਰ ਸੀਗਾ, ਅਤੇ ਉਹ ਕੇਸ ਪਰਸੂ ਕਰ ਰਹੇ ਸੀ ਉਦੋਂ ਬਹੁਤ ਐਕੈਡੈਮਿਕ ਲੈਵਲ 'ਤੇ, ਸੋਸ਼ਲ ਲੈਵਲ 'ਤੇ, ਵੀ ਜਿਹੜੇ ਮੈਰੀਜੂਆਨਾ ਹੈ ਇਹਦੀ ਡੀਕ੍ਰਿਮੀਨਲਾਈਜੇਸ਼ਨ ਕੀਤੀ ਜਾਏ, ਮੀਨ ਇਹਨੂੰ ਲੀਗਲ ਕਰਤਾ ਜਾਏ। ਖੈਰ ਉਹ ਗੱਲਬਾਤ ਹੋ ਰਹੀ ਹੈ ਅਤੇ ਉਹ ਉੱਥੇ ਕਹਿੰਦਾ ਕਿ ਓਕੇ ਇਹਨੂੰ ਡੀਕ੍ਰਿਮੀਨਲਾਈਜ਼ ਕਰਨ ਦੇ ਕਿੰਨੇ ਬੈਨੀਫਿਟਸ ਨੇ, ਸਭ ਚੀਜ਼ਾਂ ਦੱਸੀਆਂ ਉਹਨੇ। ਤਾਂ ਉਹ ਕਹਿੰਦਾ ਵੀ ਜੇ ਸਿੰਪਲ ਐਗਜ਼ਾਮਪਲ ਲੈਣੀ ਹੋਏ ਤਾਂ ਮਿਸਟਰ ਸਿੰਘ ਇਜ਼ ਹੇਅਰ, ਹੀ ਕੈਨ ਐਕਸਪਲੇਨ ਵੈਰੀ ਈਜ਼ੀਲੀ that what are the benefits if we actually legalized it. ਮੈਂ ਕਿਹਾ ਵੀ okay, what's your point? ਉਹ ਕਹਿੰਦਾ you are coming from India. ਮੈਂ ਕਿਹਾ yes. ਕਹਿੰਦਾ there is no any obligation or any kind of legal issues if we actually grow marijuana anywhere. I have actually read or I have seen ਕਿ ਉੱਥੇ ਜਗ੍ਹਾ ਜਗ੍ਹਾ 'ਤੇ ਮੈਰੀਜੂਆਨਾ ਪਿਆ ਆ, ਚੀਜ਼ਾਂ ਪਈਆਂ ਨੇ, ਉੱਗੀਆਂ ਪਈਆਂ ਨੇ ਸਰੂਪ ਦੇ ਵਿੱਚ। ਮੈਂ ਠੀਕ ਹੈ ਬਿਲਕੁਲ। ਮੋਹਾਲੀ ਮੈਂ ਜਿੱਥੇ ਪੜ੍ਹਦਾ ਹੁੰਦਾ ਸੀਗਾ ਉੱਥੇ ਹੀ ਅਸੀਂ ਉਹ ਜਾਂਦੇ ਹੁੰਦੇ ਸੀ ਮੇਨ ਮਰਿੰਡੇ ਵਾਲੀ ਸੜਕ ਦੇ ਉੱਤੇ, ਆਲੇ ਦੁਆਲੇ ਉਹ ਇਤਨੀ ਜ਼ਿਆਦਾ ਜਿਹਨੂੰ ਸੁੱਖਾ ਕਹਿੰਦੇ ਉੱਗਿਆ ਪਿਆ ਸਾਰਾ। ਅਤੇ ਉਹ ਕਹਿੰਦਾ ਵੀ ਫਿਰ ਉੱਥੇ ਤਾਂ ਕੋਈ ਇਹਦੀ ਐਡਿਕਸ਼ਨ ਨਹੀਂ, ਕੋਈ ਇਸ਼ੂ ਨਹੀਂ ਹੈਗਾ, ਅਤੇ ਇੱਥੇ ਵੀ ਹੋ ਜਾਏਗਾ ਅਤੇ ਐਡਿਕਸ਼ਨ ਸਾਰਾ ਖਤਮ ਹੋ ਜਾਏਗਾ ਸਭ ਕੁਛ। ਮੈਂ ਉਹਨੂੰ ਕਿਹਾ ਨਹੀਂ ਤੂੰ ਗਲਤ ਤਰੀਕੇ ਨਾਲ ਇਹ ਕੇਸ ਪ੍ਰਜੈਂਟ ਕਰ ਰਿਹਾ। ਉਹ ਕਹਿੰਦੇ ਵਟ ਡੂ ਯੂ ਮੀਨ?
मैं कहा बिकॉज यू डोंट नो द कल्चर। साढ़े उत्थे कल्चर डिवेलप होया गुरु साहब तो बाद, एक ऐसा कल्चर जिस कल्चर ने क्या जाके देखो, मैं तो इंग्लैंड में जाके देखा किनियां बिल्डिंगां दे नाल गोस्ट स्टोरीज जुड़ियां ने। अरेबिक कल्चर तुसीं देखो जाके, साडे साउथ एशियन भारती खिते ते हाल ही कुछ नहीं हैगा भी टूणे ते तवीत ते धागे हर चीज। डर दी कोई छोटी गल, डर बंदे नूं जिउण ही नहीं दे रहा। पैर पैर दे उत्ते डर, पैर पैर ते आ चीज़ हो रही है। खैर जिहदी एग्जाम्पल करनी होए ते मैनूं याद है कि साडे एक रागी सिंह ने बात सुनाई बड़े कमाल दी। तो होया इत्थे कैलगरी गुरुद्वारा साहब की गल करदा, तो कहंदा कि कोई सज्जन सीगे स्टेज तो कुछ उन्होंने भूत प्रेतां बारे काफ़ी कुछ बोलिया। तो वो कहंदे भी कोई गल नहीं, इन्हूं आपां टैसट कर लैंदे हां। टैसट किवें कर लांगे? वो जिहड़ी कमरे 'च रिहायश रखी सी, उस कमरे दे विच उन्होंने टीवी पिया सीगा। 2-3 दिन लगातार होरर मूवीज़ चलाइयां। शाम नूं बैठ के इकट्ठे जिवें वेखण लग गए, तो उन्होंने कहा चल बैठ के वेख। 3 दिनां 'च ग्राउंड तैयार किया। उस तो बाद कोई 100-150 वक्रियां वक्रियां पिंडां दियां इहो जिहियां कहानियां सुणाइयां। फलानी थां ते आ चीज़ हो गई सी, इहो जिस तरीके नाल हो गया। उन्हें आइडिया लाया कि हुण ये बिहेव किवें करदा है। कुछ हनेरियां रातां आ रही सीगियां, उहदे देखिया ये बाहर जान लग्या थोड़ा वेखदा है। इस किस्म उन्होंने आइडिया ला लिया कि नेड़े तेड़े ही होया कि उन्होंने किसी की हैल्प लई। रात नूं जिहड़ी है करीब बैठे ने कोई 10-11 बजे शाम रात पई, तो विंटर टाइम सीगा, काफ़ी हनेरा होया आ। तो एकदम सारे घर की जिहड़ी है लाइट ऑफ हो गई। जिवें लाइट ऑफ हो गई तो क्योंकि ऑलरेडी स्टोरी जो मैं सुनाइया जा रही सीगियां इस तरीके नाल, ते एक शख्स उहदे कोल बैठा है, तां ही तो दरवाजा आप ही खुल गया। खुलिया दरवाजा तो एकदम वड्डी सारी कोई बला उहदे विचों जिवें मतलब बंदे तो डबल कद वाली चीज़ कोई अंदर वड़दी तुरी लगी होंदी है। वो शख्स सामने बैठा सीगा, वो तो डर गया, तो मारे चीकां उच्ची उच्ची, ओ हो एकदम अंदर नूं भज्या। वो खैर जिन्नी देर नूं बाहर आया लाइट भी आ गई, उत्थे कोई चीज़ नहीं। वो कहन की होया, कहन लगा मैं तो इत्थे आ चीज़ देखी, कोई बला सीगी बड़ी वड्डी। वो कहंदे नहीं नहीं असीं तो कुछ भी नहीं देखा। कहे नहीं बला सीगी, तुसीं मन्नो, कहंदे असीं कुछ भी नहीं देखा। वो दिन चढ़े भी कहे ना 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 वो जरूर कोई वड्डी बला सीगी। मैं वो कहंदे तू तो मनदा नहीं, तू तो ना भूत नूं मनना ना किसी होर चीज़ नूं, हुण तू किवें कह सकदा आ? हुण वो जवाब ना दे सके भी अल्टीमेटली बात की है। एक्चुअल लैवल ते बाणी दा बजा ना डरिए जे डर होवे होर, डर डर डरना मन का शोर। डर बाहर नहीं गा, बंदे दे अंदर एग्जिस्ट करता है। ये जनरेशन बाय जनरेशन चलता है। साडे मतलब खून च रबदा है, क्योंकि जिहो जी सोच माँ बाप दी सी, पिछलियां दी सी, उदू पिछलियां दी सी, इस तरीके नाल पीढ़ी दर पीढ़ी छोटे होंदियां किहो जिहियां कहानियां सुनियां, किहो जिहियां बातां सुनियां। उस 2-3 साल दे उस मतलब चाइल्ड माइंड ने की कुछ अंदर ग्रैब किया है, वो सारी चीज़ ते चीज़ उसरदी है। जिन्हां समाजां दे विच हर चीज़ बारे वहम भरम सिखाए गए होण, उन्हां नूं डर तो बाहर कढ़ना बहुत औखा आ। उन्हां लई दिन वार हर तरह की जिहड़ी है सुपरस्टिशियस काइंड ऑफ थिंकिंग वो असर करती है। गुरमत स्कूल ने पीढ़ियां लगा दित्तियां, उस समुचे कल्चर विचों बाहर कढ़िया, उस जगह ते लियांदा जिथे जाके एक शख्स गुरु की दसी हुई जीवन जाच वास्ते खंडे बाटे की पहल लैन लई खड़ा हुंदा है। तो खंडे बाटे की पहल लैन लगता है तो उसनूं सीधे तौर पर लिबरल कर दिता जाता है। हर चीज़ तो क्या जाता है, अज तो बाद तेरा कर्म नाश, तेरी जात नाश, तेरा वंश नाश, तेरे सब तरह के पाप गुनाह नाश, सब नाश। एक तू सतगुर के जन्म है, एक नवी शख्सियत के रूप में उस रहा तू धरती के उत्ते अकाल पुरख वाहिगुरू का पुजारी है तू, अकाल प्रस्त हो गया तू। उस तो बिना किसी तो डरना नहीं, परवाह नहीं करनी किसी की, बिल्कुल निसंग। हुण आ जिहड़ी इहनूं कहा गया निबविया,
ਜਦੋਂ ਇਸ ਲੈਵਲ ਤੇ ਆ ਗਿਆ, ਗੁਰੂ ਅੰਗਦ ਸਾਹਿਬ ਇਸ ਚੀਜ਼ ਨੂੰ ਆਪ ਮਾਣਦੇ, ਫਿਰ ਬਾਣੀ 'ਚ ਉਚਾਰਦੇ ਸਰੂਪ ਦੇ ਵਿੱਚ, ਕਿਉਂਕਿ ਉਹਨਾਂ ਨੂੰ ਲਿਆਂਦਾ ਗਿਆ ਸਰੂਪ ਦੇ ਅੰਦਰ, ਇਹ ਜੀਵਨ ਜਾਚ ਸਿਖਾਈ ਗਈ। ਅਗਲਾ ਬਚਨ ਲਿਖਿਆ, ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ। ਪਟੰਤਰਾ ਪਟਲ, ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ। ਜਿਹੜਾ ਬੰਦੇ ਦੀ ਸੁਰਤ ਰੱਬ ਦੇ ਦੀਵਾਨ ਤੱਕ ਚਲੀ ਗਈ, ਦੀਵਾਨ ਮੀਨ ਕੋਰਟ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਕੋਰਟ ਆਫ ਜਸਟਿਸ ਨੂੰ ਸਮਝਦਾ ਆ, ਉਹਦੇ ਨਿਆਂ ਨੂੰ ਸਮਝਦਾ ਆ, ਫਿਰ ਉਹਦੇ ਲਈ ਇਹ ਚੀਜ਼ਾਂ ਜਿਹੜੀਆਂ ਨੇ ਇਹ ਵਾਕਿਆ 'ਚ ਸਮਝ ਦੇ ਲੈਵਲ 'ਤੇ ਆ ਜਾਂਦੀਆਂ ਨੇ। ਇੱਕ ਮਿਸਾਲ ਹੋਰ ਦੇ ਦਿੰਦਾ ਵਾਂ, ਕਿਉਂਕਿ ਕਈ ਵਾਰ ਹੁੰਦਾ ਬਾਤ, ਤਾਂ ਕਿ ਪ੍ਰੈਕਟੀਕਲ ਸਾਈਡ ਤੋਂ ਪਕੜ 'ਚ ਆਵੇ। ਸਾਡੇ ਇੱਕ ਸੱਜਣ ਨੇ ਇੰਗਲੈਂਡ ਦੇ ਵਿੱਚ, ਅਤੇ ਉਹ ਬੈਗੇਜ ਹੈਂਡਲਰਸ ਦਾ ਕੰਮ ਕਰਦੇ ਏਅਰਪੋਰਟ 'ਤੇ। ਉਹਨਾਂ ਨੂੰ ਸਮਹਾਓ ਸਾਰਾ ਉਹ ਜਿਹੜਾ ਵਰਕ ਇਨਵਾਇਰਮੈਂਟ ਸੀਗਾ ਉਹ ਯੂਨੀਨਾਈਜ਼ ਸੀਗਾ, ਅਤੇ ਮੋਸਟਲੀ ਯੂਨੀਅਨ ਦੇ 'ਚ ਬੰਦੇ ਜਿਹੜੇ ਸੀਗੇ ਉਹ ਵਾਈਟ ਕਮਿਊਨਿਟੀ 'ਚੋਂ ਆ ਰਹੇ ਸੀ। ਹਾਲਾਂਕਿ ਉਹਨਾਂ ਦੀ ਲੇਬਰ ਫੋਰਸ ਘੱਟ ਸੀਗੀ, ਕਿਉਂਕਿ ਉਹਨਾਂ ਦੇ ਕਨੈਕਸ਼ਨ ਸੀਗੇ, ਉਹਨਾਂ ਕੋਲ ਲੈਂਗੁਏਜ ਸੀਗੀ। ਫਿਰ ਹੌਲੀ ਹੌਲੀ ਜਨਰੇਸ਼ਨਸ ਤਬਦੀਲ ਹੋਈ, ਥੋੜ੍ਹੇ ਸਾਡੇ ਲੋਕ ਵਧੇ, ਉਹ ਸ਼ਖਸ ਯੂਨੀਅਨ ਪੋਜੀਸ਼ਨ 'ਤੇ ਚਲੇ ਗਏ। ਹੁਣ ਉੱਥੇ ਕੀ ਹੁੰਦਾ ਸੀ, ਕਈ ਵਾਰੀ ਏਅਰਪੋਰਟ ਜਿਹੜੇ ਲੋਕ ਕੰਮ ਕਰਦੇ ਨੇ, ਸ਼ਾਇਦ ਇਨਵਾਇਰਮੈਂਟ ਦਾ ਪਤਾ ਹੋਏਗਾ ਕਿ ਫਲਾਈਟਸ ਕਈ ਵਾਰੀ ਵੱਧ ਹੋ ਜਾਂਦੀਆਂ, ਕਈ ਵਾਰੀ ਘੱਟ ਜਾਂਦੀਆਂ, ਡਿਊ ਟੂ ਵੈਦਰ, ਡਿਊ ਟੂ ਸਮ ਅਦਰ ਰੀਜ਼ਨਸ। ਅਤੇ ਉਹ ਜਿਹੜੀ ਵਰਕ ਫੋਰਸ ਆ ਉਹਨਾਂ ਨੂੰ ਪਤਾ ਲੱਗ ਜਾਂਦਾ, ਹੁਣ ਸਪੋਜ਼ ਕਰੋ 8 ਘੰਟੇ ਦੀ ਸ਼ਿਫਟ ਆ, ਅਤੇ ਹੁਣ ਰਹਿ ਗਏ ਨੇ ਸਿਰਫ 2 ਘੰਟੇ, ਅਤੇ ਜਿਹੜੀਆਂ ਫਲਾਈਟਸ ਔਨ ਦਾ ਵੇ ਹੈਗੀਆਂ ਨੇ, ਜਿਹੜੀਆਂ 2 ਘੰਟੇ ਤੱਕ ਪਹੁੰਚਣੀਆਂ ਨੇ ਉੱਥੇ, ਉਹਨਾਂ ਬਾਰੇ ਰਡਾਰ ਤੋਂ ਇਨਫੋਰਮੇਸ਼ਨ ਆ ਰਹੀ ਹੈ ਸਾਰੀ, 2 ਘੰਟੇ ਤੱਕ ਕਿਹੜੀ ਕਿਹੜੀ ਫਲਾਈਟ ਲੱਗੇਗੀ। ਪਤਾ ਲੱਗਾ ਕਿ 2 ਘੰਟੇ ਦੇ ਵਿੱਚ 10 ਫਲਾਈਟਾਂ ਆਉਣੀਆਂ ਸੀ, ਪਰ 5 ਲੇਟ ਹੋ ਗਈਆਂ, ਉਹ ਨਹੀਂ ਆ ਰਹੀਆਂ, 5 ਹੀ ਆ ਰਹੀਆਂ। ਸਟਾਫ 10 ਫਲਾਈਟਸ ਦਾ ਸਮਾਨ ਨੂੰ ਹੈਂਡਲ ਕਰਨ ਵਾਸਤੇ, ਸਾਰੇ ਸਟਾਫ ਨੇ ਇੱਥੇ ਕੀ ਕਰਨਾ ਭਾਈ, ਇੱਕ ਕੰਮ ਕਰੋ, 5 ਜਣੇ ਇੱਥੋਂ ਤੁਸੀਂ ਜਿਹੜਾ ਹੈਗਾ ਛੁੱਟੀ ਲੈ ਕੇ ਚਲੇ ਜਾਓ। ਇਹ ਗੱਲ ਹੋਈ, ਅਤੇ 5 ਉੱਥੇ ਜਿਹੜੇ ਨੇ ਉਹ ਰਹਿ ਜਾਣਗੇ। ਠੀਕ ਹੈ ਭਾਈ, ਉਹ ਸਪੋਜ਼ ਕਰੋ ਕਿ ਉਹਨਾਂ ਵਾ ਤਰੀਕਾ ਇਹ ਅਪਣਾਇਆ ਕਿ ਲੋਟਰੀ ਪਾਓ, ਜਿੱਦੀ ਲੋਟਰੀ ਨਿਕਲ ਗਈ 5 ਬੰਦਿਆਂ ਦੇ ਨਾਮ ਪਿਕ ਕਰੋ, ਉਹ ਚਲੇ ਜਾਣਗੇ, ਬਾਕੀ ਰਹਿਣਗੇ। ਠੀਕ ਹੈ, ਇੱਕ ਸ਼ਖਸ ਐਸਾ ਜਿਹਦੀ ਮਰਜ਼ੀ ਲੋਟਰੀ ਨਿਕਲੇ, ਖੋ ਕੇ ਨਹੀਂ ਆ ਵਿਲ ਗੋ, ਉਹ ਹਮੇਸ਼ਾ ਚਲਾ ਜਾਏ। ਉਹਦੇ ਬਾਰੇ ਸ਼ਿਕਾਇਤ ਹੋਈ, ਉਹ ਕਹਿਣ ਲੱਗੇ ਕੋਈ ਨਾ ਕੋਈ ਬੋਲੇ ਨਾ, ਉਹਨਾਂ ਕਿਹਾ ਯੂਨੀਅਨ ਸੀ, ਉਹਨਾਂ ਸ਼ਿਕਾਇਤ ਕੀਤੀ। ਹੁਣ ਰਿਸ਼ਤਮ ਤੇ ਹੁੰਦਾ ਆ, ਸ਼ਿਕਾਇਤ ਨੂੰ ਕੌਣ ਸੁਣੇ, ਕੋਈ ਵੀ ਨਹੀਂ ਸੁਣਦਾ। ਉਹਨਾਂ ਕਿਹਾ ਕੋਈ ਨਾ, ਇਸ ਤੋਂ ਉੱਤੇ ਅਥਾਰਟੀ ਉਹਨੂੰ ਕਰ ਦਿੰਦੇ ਆ, ਉਹਨੂੰ ਕਰਤੀ। ਅਖੀਰ ਕਰਦਿਆਂ ਹਾਇਰ ਤੋਂ ਹਾਇਰ ਲੈਵਲ ਦੀ ਅਥਾਰਟੀ ਤੱਕ ਸ਼ਿਕਾਇਤ ਚਲੀ ਗਈ। ਲਓ ਜੀ, ਹੁਣ ਕੋਈ ਗੱਲਬਾਤ ਨਹੀਂ ਬਣੀ। ਅਤੇ ਕਈ ਵਾਰ ਅਸੀਂ ਲੋਕ ਜਿਹੜਾ ਹੈ ਕਿ ਆਪਣੇ ਹੀ ਲੋਕਾਂ ਨੂੰ ਤੰਗ ਵੀ ਕਰਦੇ ਹਾਂ, ਟੌਂਟਿੰਗ ਕਰਦੇ ਹਾਂ। ਇੱਥੇ ਕੀ ਹੋਇਆ ਕਿ ਕੁਝ ਸ਼ਖਸ ਜਿਹੜੇ ਸੀਗੇ ਉਹ ਕਹਿੰਦੇ ਜਦੋਂ ਮੈਂ ਸਵੇਰੇ ਜਾਣਾ ਕੰਮ 'ਤੇ, ਉਹਨਾਂ ਨੇ ਮੈਨੂੰ ਰੋਜ਼ ਪੁੱਛਣਾ ਫਿਰ ਕੀ ਬਣਿਆ ਭਾਈ ਉਹਦਾ, ਉਹਨੂੰ ਫਾਇਰ ਕਰਾਤਾ ਤੁਸੀਂ, ਇਸ ਕਿਸਮ ਦੀ ਗੱਲ ਕਰਨੀ। ਖੈਰ ਇੱਕ ਦਿਨ ਉਹਨਾਂ ਨੇ ਫਿਰ ਮੈਨੂੰ ਕਿਹਾ, ਮੈਂ ਕਿਹਾ ਗੱਲ ਇਹ ਆ ਵੀ ਹੁਣ ਨਾ ਗੱਲ ਹਾਇਰ ਕੋਰਟ 'ਚ ਚਲੀ ਗਈ ਹੈ। ਹੁਣ ਜਦੋਂ ਹਾਇਰ ਕੋਰਟ ਜਦੋਂ ਫੈਸਲਾ ਕਰੇਗੀ ਤਾਂ ਉਹਦੇ ਮੁਤਾਬਕ, ਕਿ ਉਸ ਦਿਨ ਮੈਂ ਮਨ ਬਣਾ ਲਿਆ ਵੀ ਮੈਂ ਭਾਵੇਂ ਮੇਰਾ ਘਰ ਵਿਕ ਜਾਏ, ਆਮ ਗੋਇੰਗ ਇਨ ਐਕਚੁਅਲੀ ਹਾਇਰ ਕੋਰਟ। ਮੈਂ ਅੱਜ ਜਿਹੜਾ ਵਕੀਲ ਕਰਕੇ ਵੱਡੇ ਕੋਰਟ ਜਾ ਕੇ ਕੇਸ ਲਗਾ ਦੇਣਾ ਇਸ ਰੂਪ ਦੇ ਵਿੱਚ। ਹੁਣ ਕੀ ਹੋਇਆ, ਉਹ ਕਹਿੰਦੇ ਕਿ ਅਜੇ ਇਹ ਸਾਰੀ ਗੱਲਬਾਤ ਹੋ ਰਹੀ ਹੈ, ਦੁਪਹਿਰ ਹੁੰਦਿਆਂ ਤੱਕ ਉਸ ਸ਼ਖਸ ਨੂੰ ਕੜੀਆਂ ਲਗਾ ਕੇ ਪਿੱਛੇ ਜਿਹੜਾ ਆ ਉਹ ਸਕਾਟਲੈਂਡ ਯਾਰਡ ਵਾਲੇ ਲੈ ਕੇ ਜਾ ਰਹੇ ਨੇ। ਸਾਰੇ ਹੈਰਾਨ, ਉਹਨਾਂ ਸੋਚਿਆ ਲੈ ਤੇ ਵਾਕਿਆ 'ਚ ਇਹਦੀ ਬੁਲੀ ਬਿਹੇਵੀਅਰ ਕਰਕੇ ਆ। ਬਾਅਦ 'ਚ ਕਹਿੰਦੇ ਮੈਨੂੰ ਪਤਾ ਲੱਗਾ ਐਕਚੁਅਲੀ ਹੋਇਆ ਕੀ ਹੈ, ਇਸ ਨੇ ਕਿਸੇ ਦੇ ਸਮਾਨ ਵਿੱਚੋਂ ਕੋਈ ਚੀਜ਼ ਚੋਰੀ ਕੀਤੀ। ਉਹ ਜਿਹੜਾ ਸਮਾਨ ਸੀਗਾ ਉਹ ਸੀਗਾ ਰਾਇਲ ਫੈਮਿਲੀ ਦਾ। ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ, ਤੇ ਸਾਰਾ ਰੈੱਡ ਹੈਂਡਡ ਫੜਿਆ ਗਿਆ ਸਾਰਾ ਦਾ ਸਾਰਾ। ਉਹ ਕਹਿੰਦਾ ਮੈਂ ਕਿਹਾ, ਮੈਂ ਦਿਲੋਂ ਅਰਦਾਸ ਕਰ ਰਿਹਾ ਸੀ, ਕਰਤਾਰ ਇੱਜ਼ਤ ਰੱਖੀ, ਮਾਣ ਰੱਖੀ। ਮੈਂ ਨਿਰਭੈਤਾ ਦਾ ਸਬੂਤ ਦਿੱਤਾ ਇੱਥੇ, ਇਸ ਗੱਲ ਦਾ ਅਦਬ ਤੂੰ ਰੱਖਣਾ ਆ। ਕਿ ਉਸ ਦਿਨ ਅਹਿਸਾਸ ਹੋਇਆ ਰੱਬ ਵੀ ਹੈ, ਉਹਦਾ ਨਿਆਂ ਵੀ ਹੈ। ਜਿਹੜੀ ਆਹ ਚੀਜ਼ ਕਹੀ ਨਾ ਗੁਰੂ ਸਾਹਿਬ ਨੇ, ਨਾਨਕ ਇਹ ਪਟੰਤਰਾ ਤਿਤ ਦੀਵਾਨ ਗਿਆ, ਜਿਨ੍ਹਾਂ ਦੀ ਸੁਰਤ ਉਸ ਦੀਵਾਨ ਤੱਕ ਆ, ਜਿਹਨਾਂ ਨੂੰ ਵਿਸ਼ਵਾਸ ਹੈ ਉਸ ਰੂਪ ਦੇ ਵਿੱਚ, ਉਹ ਇਸ ਪਟੰਤਰ ਤੇ ਜੀਂਦੇ ਨੇ, ਇਸ ਪਟਲੇ ਤੇ ਜੀਂਦੇ ਨੇ ਇਸ ਰੂਪ ਦੇ ਵਿੱਚ। ਇਹ ਬਚਨ ਗੁਰੂ ਸਾਹਿਬ ਇੱਥੇ ਜ਼ਿਕਰ ਕਰਦੇ ਨੇ। ਜਿਹੜਾ ਅਗਲਾ ਸ਼ਲੋਕ ਤੇ ਪੌੜੀ ਉਹਦੇ ਵਿਚਾਰ
ਆਉਂਦੇ ਸਮੇਂ 'ਚ ਕਰਾਂਗੇ ਅੱਜ ਵਾਸਤੇ ਤੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਢਾਡੀ ਵੀਰ ਆ ਗਏ ਨੇ, ਅਗਲੀ ਹਾਜ਼ਰੀ ਉਹ ਭਰਨਗੇ। ਕਿਰਸਾਨੀ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਹੋਏ, ਇਹ ਦਿਲੀ ਅਰਦਾਸ ਆ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।